ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਜੋ ਐਲਾਨ ਕੀਤਾ ਗਿਆ ਉਸ ਤੋਂ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਐਲਾਨ ਕੀ ਹੈ। ਫੰਡ ਦੇਣ ਦਾ ਐਲਾਨ ਕੀਤਾ ਗਿਆ ਹੈ 1.7 ਬਿਲੀਅਨ ਡਾਲਰ ਤੱਕ ਦਾ, ਜਿਸ ਦੇ ਵਿੱਚ ਔਰਫਨ ਵੈਲਸ ਨੂੰ ਸਾਫ਼ ਕਰਨ ਵਾਸਤੇ ਇਹ ਫੰਡ ਦਿੱਤਾ ਜਾਵੇਗਾ। ਤੇ ਇਸ ਦੇ ਨਾਲ ਹੀ ਜੋ ਐਲਾਨ ਕੀਤੇ ਗਏ ਨੇ ਉਹਨਾਂ ਵਿੱਚ ਜੋ ਪੇਂਡੂ ਖੇਤਰਾਂ 'ਚ ਵਪਾਰੀ ਨੇ, ਜੋ ਛੋਟੇ ਵਪਾਰ ਨੇ, ਉਹਨਾਂ ਦੀ ਮਦਦ ਵਾਸਤੇ ਤੇ ਨਾਲ ਹੀ ਕਲਾ ਤੇ ਸੱਭਿਆਚਾਰ ਨਾਲ ਜੁੜੇ ਹੋਏ ਵਿਅਕਤੀਆਂ ਦੀ ਮਦਦ ਵਾਸਤੇ ਵੀ ਫੰਡ ਦਾ ਐਲਾਨ ਕੀਤਾ ਗਿਆ। ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਔਰਫਨ ਵੈਲਸ ਨੂੰ ਸਾਫ਼ ਕਰਨ ਵਾਸਤੇ ਐਲਾਨ ਕੀਤਾ ਗਿਆ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਔਰਫਨ ਵੈਲ ਹੁੰਦੇ ਕੀ ਨੇ। ਇਹ ਉਹ ਕੱਚੇ ਤੇਲ ਦੇ ਖੂਹ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਕੱਚਾ ਤੇਲ ਕੱਢਿਆ ਜਾ ਚੁੱਕਿਆ ਤੇ ਹੁਣ ਉਹ ਬੰਦ ਪਏ ਨੇ ਤੇ ਉਹ ਕਿਸੇ ਕੰਮ ਨਹੀਂ ਆ ਰਹੇ ਇਸ ਵਕਤ। ਤੇ ਉਹਨਾਂ ਦੀ ਸਫਾਈ ਵਾਸਤੇ ਇਹ ਐਲਾਨ ਕੀਤਾ ਗਿਆ, ਜਿਸ ਦੇ ਲਈ ਐਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਸਸਕੈਚੁਅਨ ਦੇ ਵਿੱਚ ਅਜਿਹੇ ਜਿਹੜੇ ਖੂਹ ਪਏ ਨੇ ਉਹਨਾਂ ਨੂੰ ਸਾਫ਼ ਕਰਨ ਲਈ ਫੰਡ ਦਿੱਤਾ ਜਾਵੇਗਾ। ਤੇ ਹੁਣ ਇਸ ਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਣਾ ਹੈ? ਇਸ ਦੇ ਨਾਲ ਨੌਕਰੀਆਂ ਦੇ ਮੌਕੇ ਵਧਣਗੇ। ਸਿਰਫ ਐਲਬਰਟਾ ਦੀ ਜੇ ਗੱਲ ਕਰੀਏ ਤਾਂ ਐਲਬਰਟਾ ਦੇ ਵਿੱਚ ਹੀ 5200 ਤੱਕ ਜਿਹੜੇ ਨਵੀਆਂ ਨੌਕਰੀਆਂ ਨੇ ਉਹ ਪੈਦਾ ਹੋਣਗੀਆਂ। ਇਹੋ ਵੱਡਾ ਕਾਰਨ ਹੈ ਕਿ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਵੀ ਕੀਤਾ ਗਿਆ ਹੈ, ਕਿਉਂਕਿ ਅਜਿਹੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਜੋ ਅੱਗੇ ਤੋਂ ਅੱਗੇ ਆਰਥਿਕਤਾ ਨੂੰ ਲੈ ਕੇ ਵੱਡੀਆਂ ਚੁਣੌਤੀਆਂ ਆ ਰਹੀਆਂ ਨੇ, ਨੌਕਰੀਆਂ ਦੇ ਇਸ ਵਕਤ ਲੋੜ ਵੀ ਬਹੁਤ ਜ਼ਿਆਦਾ ਹੈ ਤੇ ਅੱਗੇ ਜੋ ਕੰਮ ਹੋਣੇ ਨੇ ਉਹਨਾਂ ਨੂੰ ਲੈ ਕੇ ਜੋ ਇਸ ਸਮੇਂ ਫੈਸਲੇ ਲਏ ਜਾ ਰਹੇ ਨੇ ਉਹ ਇਸੇ ਦੇ ਆਧਾਰ ਤੇ ਨੇ ਕਿ ਜਦੋਂ ਦੇਸ਼ ਦੇ ਵਿੱਚ ਨੌਕਰੀਆਂ ਦੀ ਕਮੀ ਵੱਡੀ ਗਿਣਤੀ 'ਚ ਆ ਰਹੀ ਹੈ ਤੇ ਭਵਿੱਖ ਦੇ ਵਿੱਚ ਇਸ ਦਾ ਹੋਰ ਜ਼ਿਆਦਾ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਨੂੰ, ਤਾਂ ਇਸ ਦੇ ਨਾਲ ਹੀ ਹੋਰ ਮੌਕੇ ਵੀ ਨਾਲ ਦੀ ਨਾਲ ਜ਼ਰੂਰ ਨੌਕਰੀਆਂ ਦੇ ਵਧਣ ਤੇ ਇਸ ਦੇ ਉੱਤੇ ਹੁਣੇ ਕੰਮ ਕੀਤਾ ਜਾਵੇਗਾ ਤਾਂ ਆਉਂਦੇ ਕੁਝ ਸਮੇਂ ਤੱਕ ਇਸ ਦਾ ਜੋ ਫਾਇਦਾ ਹੈ ਉਹ ਦੇਖਣ ਨੂੰ ਮਿਲੇਗਾ। ਤੇ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਜੋ ਹੋਰ ਮਦਦ ਦੇ ਵਾਸਤੇ ਵੀ ਐਲਾਨ ਕੀਤੇ ਨੇ ਤੇ ਖਾਸ ਤੌਰ ਤੇ ਪੇਂਡੂ ਖੇਤਰਾਂ ਵਿੱਚ ਵਪਾਰੀਆਂ ਦੀ ਮਦਦ ਵਾਸਤੇ ਵੀ ਤੇ ਨਾਲ ਹੀ ਸੱਭਿਆਚਾਰ ਤੇ ਕਲਾ ਨਾਲ ਜੁੜੇ ਹੋਏ ਵਿਅਕਤੀਆਂ ਦੇ ਲਈ ਵੀ। ਕਲਾ ਤੇ ਸੱਭਿਆਚਾਰ ਇਕੱਲੇ ਹੀ ਨਹੀਂ ਸਗੋਂ ਖੇਡਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਵਾਸਤੇ ਵੀ ਇਹ ਜੋ ਐਲਾਨ ਕੀਤਾ ਗਿਆ, ਇਸ ਵਾਸਤੇ 500 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਗਿਆ। ਤੇ ਜੇਕਰ ਉਧਰ ਪੇਂਡੂ ਖੇਤਰਾਂ ਵਿੱਚ ਵਪਾਰੀਆਂ ਦੀ ਮਦਦ ਦੇ ਵਾਸਤੇ ਕਹੀਏ ਤਾਂ ਉਹਨਾਂ ਵਾਸਤੇ ਜੋ ਐਲਾਨ ਹੈ ਉਹ 962 ਮਿਲੀਅਨ ਡਾਲਰ ਦਾ ਐਲਾਨ ਪ੍ਰਧਾਨ ਮੰਤਰੀ ਨੇ ਕੀਤਾ ਹੈ। ਤੇ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਜਿਹੜੇ ਔਰਫਨ ਵੈਲਸ ਨੇ, ਅਜਿਹੇ ਖੂਹ ਨੇ ਕੱਚੇ ਤੇਲ ਦੇ ਜੋ ਇਸ ਸਮੇਂ ਵਰਤੋਂ ਦੇ ਵਿੱਚ ਨਹੀਂ ਨੇ, ਐਲਬਰਟਾ ਦੇ ਵਿੱਚ ਜੇ ਗੱਲ ਕਰੀਏ ਤਾਂ 3400 ਤੋਂ ਜ਼ਿਆਦਾ ਇਹ ਖੂਹ ਹੈਗੇ ਨੇ ਉੱਥੇ ਤੇ ਜਿਨ੍ਹਾਂ ਦੀ ਸਫਾਈ ਦਾ ਕੰਮ ਇਸ ਤਹਿਤ ਕੀਤਾ ਜਾਵੇਗਾ ਜੋ ਇਹ ਫੰਡ ਜਾਰੀ ਕੀਤਾ ਗਿਆ। Over the past few weeks, the pandemic has created anxiety and uncertainty for all Canadians, but some are going through an especially tough time. COVID-19 has brought many industries to a halt, and workers across the country are struggling as a result. From the start, our goal as a government has been clear: to help all Canadians get through these challenging times. As I've said many times before, we're here to support you, to lend you a helping hand when you need it most. Across the country, Canadians are standing shoulder to shoulder, and we're all in this together. Today, our government is announcing more help for workers in Alberta, Saskatchewan, BC, and Newfoundland and Labrador. We're also announcing more help for small businesses and more help for those who work in the arts, culture, and sports sectors. I'll start with the energy sector. Right now, workers and families are struggling because of things beyond their control. Both the devastating effects of the pandemic and the price war driven by foreign interests are a challenge. As a result, companies have had to slow down or pause their operations, leaving too many people out of work. To help these workers, our government will invest $1.7 billion to clean up orphan and inactive wells in Alberta, Saskatchewan, and BC. These wells, which are no longer in use, can be detrimental not only to our environment, but to people's health. Think of the farmer who can't grow anything on his land because of an abandoned well a few steps away from his home. Think of the small town or Indigenous community struggling with this issue that has been festering for years or even decades. Cleaning them up will bring people back to work and help many landowners who've had these wells on their property for years but haven't been able to get them taken care of and the land restored. Our goal is to create immediate jobs in these provinces while helping companies avoid bankruptcy and supporting our environmental targets. In Alberta alone, these investments will maintain 5,200 jobs.
We've listened to the concerns of landowners, municipalities, and Indigenous communities who want to make sure that the polluter pay principle is strengthened and that their voices are heard. I want to thank the Government of Alberta for working with us and listening to their concerns. Our government will also establish a $750 million emission reduction fund with a focus on methane to create and maintain jobs through pollution reduction efforts. This includes $75 million to help the offshore industry cut emissions in Newfoundland and Labrador. This fund will primarily provide repayable contributions to firms to make them more competitive, reduce waste and pollution, and most importantly, protect jobs. Right now, many energy firms are experiencing a cash crunch, so they don't have the funds to invest in technologies to reduce emissions or fix methane leaks. Today's announcement will allow for this kind of work to be done and create jobs people need during this difficult time. Through the wells and methane initiatives, we estimate that we will maintain roughly 10,000 jobs across the country. Just because we're in a health crisis doesn't mean we can neglect the environmental crisis. We're also working with BDC and EDC to expand credit support for at-risk medium-sized energy companies so they can maintain operations and keep their employees. ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।